ਹੁਣ ਗੱਲਬਾਤ ਕਰਨ ਜਾ ਰਹੇ ਹਾਂ ਹਾਮਬੋਲਟ ਹਾਦਸੇ ਦੇ ਵਿੱਚ ਇਨਵੋਲਵ ਜਸਕੀਰ ਸਿੰਘ ਸਿੱਧੂ ਦੇ ਕੇਸ ਦੀ। ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਬ੍ਰਿਜ ਮੋਹਨ ਜੀ। ਬ੍ਰਿਜ ਮੋਹਨ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ। ਹੈਲੋ ਜਰਨੈਲ ਜੀ, ਸਤਿ ਸ਼੍ਰੀ ਅਕਾਲ। ਬ੍ਰਿਜ ਮੋਹਨ ਜੀ, ਹਾਮਬੋਲਟ ਬੱਸ ਹਾਦਸੇ ਦੀ ਜ਼ਿੰਮੇਵਾਰੀ ਸਵੀਕਾਰਨ ਅਤੇ ਆਪਣਾ ਗੁਨਾਹ ਕਬੂਲ ਕਰਨ ਤੋਂ ਬਾਅਦ ਕੈਲਗਰੀ ਟਰੱਕ ਡਰਾਈਵਰ ਜਸਕੀਰ ਸਿੰਘ ਸਿੱਧੂ ਨੂੰ 22 ਮਾਰਚ 2019 ਨੂੰ ਸਜ਼ਾ ਸੁਣਾਈ ਗਈ ਸੀ, ਪਰ ਇਨਸਾਫ ਦੇ ਲਈ ਅਜੇ ਉਸ ਦੀ ਲੜਾਈ ਖਤਮ ਨਹੀਂ ਹੋਈ। ਇਸ ਬਾਰੇ ਦੱਸੋ। ਜਰਨੈਲ ਜੀ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਾਮਬੋਲਟ ਬੱਸ ਹਾਦਸਾ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਤੇ ਦਰਦਨਾਕ ਕੌਮੀ ਤਰਾਸਦੀਆਂ 'ਚੋਂ ਇੱਕ ਹੈ ਜੀ। 16 ਨੌਜਵਾਨਾਂ ਦੀ ਮੌਤ ਹੋ ਗਈ। ਇਹ ਦੁਖਦਾਈ ਜਿਹੜੀ ਦੁਰਘਟਨਾ ਸੀ, ਪੂਰੀ ਦੁਨੀਆ 'ਚ ਅੱਗ ਵਾਂਗ ਇਸ ਦੀ ਖਬਰ ਫੈਲੀ ਸੀਗੀ ਜੀ। ਇਸ ਹਾਦਸੇ ਨੇ ਜਿਹੜਾ ਕਰਾਰ ਦੋਸ਼ੀ ਸੀਗਾ ਬੱਸ ਨੂੰ ਟੱਕਰ ਮਾਰਨ ਵਾਲਾ ਟਰੱਕ ਡਰਾਈਵਰ ਜਸਕੀਰ ਸਿੰਘ ਸਿੱਧੂ ਸੀਗਾ ਜੀ। ਮਾਰੇ ਗਏ ਨੌਜਵਾਨਾਂ ਦੇ ਕੁਝ ਤਾਂ ਪਰਿਵਾਰਾਂ ਨੇ ਉਸ ਨੂੰ ਮਾਫ ਕਰ ਦਿੱਤਾ, ਪਰ ਅਜੇ ਵੀ ਕੁਝ ਪਰਿਵਾਰ ਇਹੋ ਜਿਹੇ ਹੈ ਜਿਹੜੇ ਕਿ ਚਾਹੁੰਦੇ ਆ ਕਿ ਵੀ ਉਹਨੂੰ ਦੇਸ਼ ਨਿਕਾਲਾ ਮਿਲਣਾ ਚਾਹੀਦਾ। ਹੁਣ ਪੰਜਾਬੀ ਤੇ ਗੋਰੇ ਦੋਵੇਂ ਹੀ ਭਾਈਚਾਰੇ ਵੱਲੋਂ ਜਸਕੀਰਤ ਦਾ ਸਮਰਥਨ ਕੀਤਾ ਜਾ ਰਿਹਾ ਤੇ ਇਹਨਾਂ ਭਾਈਚਾਰਿਆਂ ਦਾ ਕਹਿਣਾ ਹੈ ਕਿ ਵੀ ਉਹਨੂੰ ਬਹੁਤ ਸਜ਼ਾ ਮਿਲ ਚੁੱਕੀ ਆ ਆਲਰੇਡੀ, ਹੋਰ ਉਹਨੂੰ ਸਜ਼ਾ ਦੇਣ ਦਾ ਕੋਈ ਫਾਇਦਾ ਨਹੀਂ। ਕੈਨੇਡਾ ਚੋਂ ਕੱਢ ਕੇ ਕਿਸੇ ਦਾ ਕੁਛ ਬਣਨ ਵਾਲਾ ਨਹੀਂ ਜੀ। ਹੁਣ ਅਸੀਂ ਜਾਣਦੇ ਹਾਂ ਕਿ ਅਦਾਲਤ ਵਿੱਚ ਇਹ ਸਿੱਧ ਹੋ ਚੁੱਕਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ, ਨਾ ਉਹ ਸੈੱਲਫੋਨ ਯੂਜ਼ ਕਰ ਰਿਹਾ ਸੀ, ਨਾ ਉਸਨੇ ਸ਼ਰਾਬ ਪੀਤੀ ਹੋਈ ਸੀ। ਕੇਵਲ ਤੇ ਕੇਵਲ ਉਹ ਸਟਾਪ ਸਾਈਨ 'ਤੇ ਨਹੀਂ ਰੁਕਿਆ। ਸੋ ਅਜਿਹੀ ਹਾਲ ਦੇ ਵਿੱਚ ਤੁਸੀਂ ਇਹ ਦੱਸੋ, ਤੁਸੀਂ ਕ੍ਰਿਮੀਨਲ ਲਾਇਰ ਹੋ, ਕੀ ਉਹ ਕੇਸ ਲੜ ਸਕਦਾ ਸੀ? ਜਰਨੈਲ ਜੀ, ਕੈਨੇਡਾ ਵਿੱਚ ਹਰ ਇੱਕ ਇਨਸਾਨ ਜਿਸ ਤੇ ਕੋਈ ਵੀ ਅਪਰਾਧਿਕ ਦੋਸ਼ ਆਇਦ ਹੁੰਦੇ ਆ, ਉਹ ਜਦ ਤੱਕ ਦੋਸ਼ੀ ਸਾਬਤ ਨਹੀਂ ਹੋ ਜਾਂਦਾ ਕੋਰਟ ਵਿੱਚ, ਉਹਨੂੰ ਗਿਲਟੀ ਕਰਾਰ ਨਹੀਂ ਕੀਤਾ ਜਾਂਦਾ, ਤਦ ਤੱਕ ਉਹ ਬਿਲਕੁਲ ਤੁਹਾਡੇ ਔਰ ਮੇਰੇ ਮੱਖਣ 100% ਨਿਰਦੋਸ਼ ਹੈ ਜੀ। ਕਥਿਤ ਜਿਹੜਾ ਦੋਸ਼ੀ ਹੈ ਹਮੇਸ਼ਾ ਹੀ ਆਪਣਾ ਕੇਸ ਲੜ ਸਕਦਾ ਅਤੇ ਸਰਕਾਰ ਨੂੰ ਇਹ ਸਾਬਤ ਕਰਨਾ ਪੈਂਦਾ ਵੀ ਉਹਨੇ ਕੀ ਗਲਤ ਕਾਰਾ ਕੀਤਾ। ਪਰ ਜਸਕੀਰਤ ਪਰਿਵਾਰਾਂ ਨੂੰ ਹੋਰ ਦੁੱਖ ਨਹੀਂ ਸੀ ਦੇਣਾ ਚਾਹੁੰਦਾ, ਇਸ ਲਈ ਉਸਨੇ ਆਪਣੀ ਜਿਹੜੀ ਕਾਨੂੰਨੀ ਲੜਾਈ ਲੜੀ ਨਹੀਂ ਬਿਲਕੁਲ ਵੀ। ਉਸ ਚੁਰਾਹੇ ਤੇ ਜਿੱਥੇ ਇਹ ਮੰਦਭਾਗੀ ਦੁਰਘਟਨਾ ਘਟੀ ਸੀਗੀ, ਉਸ ਥਾਂ ਤੇ ਉਸ ਸਪੈਸ਼ਲ ਇੰਟਰਸੈਕਸ਼ਨ ਤੇ ਰੁੱਖਾਂ ਦੇ ਕੁਝ ਖਾਸ ਮਸਲੇ ਵੀ ਸਨ, ਦਰੱਖਤ ਸਨ ਜੋ ਕਿਸੇ ਵੀ ਡਰਾਈਵਰ ਨੂੰ ਖਾਸ ਕਰਕੇ ਹਨੇਰੀਆਂ ਰਾਤਾਂ ਵਿੱਚ ਰੁਕਾਵਟ ਪਾ ਸਕਦੇ ਸਨ। ਇਸ ਲਈ ਕਾਨੂੰਨੀ ਆਧਾਰ ਤੇ ਜੇ ਜਸਕੀਰ ਸਿੰਘ ਸਿੱਧੂ ਚਾਹੁੰਦਾ ਤਾਂ ਉਹ ਇਹ ਕੇਸ ਲੜ ਵੀ ਸਕਦਾ ਸੀਗਾ ਤੇ ਹੋ ਸਕਦਾ ਜਿੱਤ ਵੀ ਸਕਦਾ ਸੀਗਾ, ਪਰ ਉਸਨੇ ਫੈਸਲਾ ਕੀਤਾ ਕਿ ਵੀ ਉਹ ਆਪਣਾ ਕੇਸ ਬਿਲਕੁਲ ਨਹੀਂ ਲੜੂਗਾ ਤੇ ਆਪਣੀ ਗਲਤੀ ਦੀ 100% ਜ਼ਿੰਮੇਵਾਰੀ ਸਰਾਸਰ ਸਵੀਕਾਰ ਕਰੂਗਾ, ਤੇ ਇਹੀ ਉਸਨੇ ਕੀਤਾ ਜੀ। ਜਦੋਂ ਉਸਨੇ ਗੁਨਾਹ ਕਬੂਲ ਹੀ ਕਰ ਲਿਆ ਤਾਂ ਉਸਨੇ ਕਿਹੜੇ ਆਪਣੇ ਹੱਕ ਤਿਆਗੇ? ਜਦੋਂ ਵੀ ਜਰਨੈਲ ਜੀ ਤੁਸੀਂ ਆਪਣਾ ਕੋਰਟ ਕਚਹਿਰੀ ਵਿੱਚ ਗੁਨਾਹ ਕਬੂਲ ਕਰ ਲੈਂਦੇ ਹੋ ਤਾਂ ਤੁਸੀਂ ਆਪਣੇ ਬਹੁਤ ਸਾਰੇ ਜਿਹੜੇ ਕਾਨੂੰਨੀ ਤੁਹਾਡੇ ਅਧਿਕਾਰ ਹੈ, ਲੀਗਲ ਰਾਈਟਸ, ਤਾਂ ਉਸ ਤੋਂ ਤੁਸੀਂ ਵਾਂਝੇ ਹੋ ਜਾਂਦੇ ਹੋ। ਪਰ ਜਸਕੀਰਤ ਨੂੰ ਉਹਨਾਂ ਦੀ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਸੀ। ਉਹ ਤਾਂ ਸਿਰਫ ਇੱਕੋ ਹੀ ਕਦਮ ਚੁੱਕਣਾ ਚਾਹੁੰਦਾ ਸੀ, ਸਹੀ ਕਦਮ, ਆਪਣੀ ਕਾਰੇ ਦੀ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਨੀ ਜੀ। ਜਦ ਤੁਸੀਂ ਆਪਣੇ ਖਿਲਾਫ ਸਾਰੇ ਹੱਥ ਖੜੇ ਕਰ ਲੈਂਦੇ ਹੋ ਤਾਂ ਤੁਸੀਂ ਆਪਣਾ ਜਿਹੜਾ ਰਾਈਟ ਟੂ ਅ ਫੇਅਰ ਟਰਾਇਲ ਆ ਉਸ ਤੋਂ ਵੀ ਹੱਥ ਧੋ ਬੈਠਦੇ ਹੋ। ਬੇਸਿਕਲੀ ਬਾਏ ਦਾ ਐਂਡ ਆਫ ਦਾ ਡੇ ਤੁਸੀਂ ਆਪਣੇ ਹੱਥ ਸ਼ਰੇਆਮ ਖੜੇ ਕਰ ਦਿੰਦੇ ਹੋ, ਤਾਂ ਤੁਸੀਂ ਉਸ ਤੋਂ ਬਾਅਦ ਲੋਕਾਂ ਦੀ ਜਾਂ ਕੋਰਟ ਕਚਹਿਰੀ ਦੀ ਮਰਜ਼ੀ ਦੇ ਉੱਪਰ ਆਪਣਾ ਫਿਊਚਰ ਛੱਡ ਦਿੰਦੇ ਹੋ ਜੀ। ਜੇ ਜਸਕੀਰਤ ਇੰਨੇ ਅਧਿਕਾਰਾਂ ਤੋਂ ਵਾਂਝੇ ਹੋ ਗਿਆ ਸੀ ਤਾਂ ਫਿਰ ਉਸਨੇ ਦੋਸ਼ ਕਿਉਂ ਕਬੂਲ ਲਏ? ਜਸਕੀਰਤ ਸਿੱਧੂ ਨੇ ਕਿਹਾ ਕਿ ਉਸਨੇ ਇਸ ਲਈ ਆਪਣਾ ਗੁਨਾਹ ਕਬੂਲ ਕਰ ਲਿਆ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਵੀ ਪਰਿਵਾਰਾਂ ਨੂੰ ਹੋਰ ਦੁੱਖ ਪਹੁੰਚੇ। ਕਿਉਂਕਿ ਜਦ ਟਰਾਇਲ ਹੁੰਦੇ ਆ ਉਹਨਾਂ 'ਚ ਗਵਾਹੀਆਂ ਹੁੰਦੀਆਂ, ਲੋਕਾਂ ਨੂੰ ਫੇਰ ਮੁੜ ਯਾਦ ਕਰਾਇਆ ਜਾਂਦਾ ਕਿ ਵੀ ਕੀ ਵਾਪਰਿਆ ਸੀਗਾ। ਜੋ ਕੁਝ ਵੀ ਵਾਪਰਿਆ ਉਸ ਬਾਬਤ ਸਾਰਾ ਦੇਸ਼ ਹੀ ਜਾਣਦਾ। ਉਸ ਬਾਰੇ ਜਸਕੀਰਤ ਨੂੰ ਵੀ ਇੰਨੀ ਬੜੀ ਮਾਨਸਿਕ ਪਰੇਸ਼ਾਨੀ ਹੋਈ, ਧੱਕਾ ਲੱਗਾ ਕਿ ਉਹ ਬਗੈਰ ਕਿਸੇ ਕਾਨੂੰਨੀ ਲੜਾਈ ਤੇ ਬਸ ਆਪਣਾ ਕਸੂਰ ਸਵੀਕਾਰ ਹੀ ਕਰਨਾ ਚਾਹੁੰਦਾ ਸੀਗਾ। ਜਸਕੀਰਤ ਨੂੰ ਇੰਨਾ ਪਛਤਾਵਾ ਸੀ ਕਿ ਉਹ ਨਹੀਂ ਸੀ ਚਾਹੁੰਦਾ ਵੀ ਪਰਿਵਾਰਾਂ ਨੂੰ ਅਦਾਲਤ ਵਿੱਚ ਫਿਰ ਇਸ ਹਾਦਸੇ ਦੀ ਮੁੜ ਯਾਦ ਕਰਾਈ ਜਾਵੇ। ਉਸਨੇ ਪਰਿਵਾਰਾਂ ਨੂੰ ਹੋਰ ਦੁਖੀ ਹੋਣ ਤੋਂ ਬਚਾਉਣ ਲਈ ਆਪਣੇ ਸਾਰੇ ਹੱਕਾਂ ਦੀ ਕਾਨੂੰਨੀ ਹੱਕਾਂ ਦੀ ਬਲੀ ਚੜਾ ਦਿੱਤੀ। ਸਿੱਧੂ ਕੈਨੇਡਾ ਦਾ PR ਹੈ ਤੇ ਫਿਰ ਵੀ ਉਹ ਇੱਥੇ ਰਹਿਣ ਲਈ ਲੜਾਈ ਲੜ ਰਿਹਾ ਹੈ, ਇਸ ਬਾਰੇ ਦੱਸੋ। ਜਰਨੈਲ ਜੀ, ਹਰ ਕੋਈ ਜਾਣਦਾ ਕਿ ਜਸਕੀਰਤ ਨੇ ਇਸ ਹਾਦਸੇ ਦੀ ਕਿੰਨੀ ਵੱਡੀ ਕੀਮਤ ਉਹਨੂੰ ਚੁਕਾਉਣੀ ਪਈ।
ਸੱਜਰੇ ਵਿਆਹ, ਮੇਰੇ ਖਿਆਲ ਟੋਟਲ ਉਹਦੇ 50 ਦਿਨ ਹੋਏ ਸੀ ਵਿਆਹ ਹੋਏ ਨੂੰ, ਹੂੰ ਅਤੇ ਕੈਨੇਡਾ 'ਚ ਨਵੇਂ ਆਏ ਵਿਅਕਤੀ ਨੂੰ 8 ਸਾਲਾਂ ਲਈ ਜੇਲ੍ਹ 'ਚ ਭੇਜ ਦਿੱਤਾ ਗਿਆ। ਹੁਣ ਉਸਨੂੰ ਕੈਨੇਡਾ ਵਿੱਚ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਸਨੂੰ ਆਪਣੀ ਜ਼ਿੰਦਗੀ ਲਈ ਆਰ ਜਾਂ ਪਾਰ ਦੀ ਲੜਾਈ ਲੜਨੀ ਪੈ ਰਹੀ ਹੈ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਕ੍ਰਿਮੀਨਲ ਕੇਸ 'ਚ ਇੱਕ ਦਿਨ ਘੱਟ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਵੇ, ਤਾਂ ਇਸ ਤਰ੍ਹਾਂ ਇੱਕ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ ਉਹ ਦੇਸ਼ ਵਿੱਚ ਰਹਿਣ ਦੇ ਅਯੋਗ ਹੋ ਜਾਂਦਾ ਹੈ। ਇਸੇ ਕਰਕੇ ਹੀ ਜਸਕੀਰਤ ਨੂੰ ਇਸ ਦੇਸ਼ 'ਚ ਰੱਖਣ ਲਈ, ਦੇਸ਼ 'ਚੋਂ ਉਹਦਾ ਦੇਸ਼ ਨਿਕਾਲਾ ਰੋਕਣ ਲਈ ਹਰ ਕਿਸੇ ਦੀ ਸਹਾਇਤਾ ਦੀ ਉਸ ਨੂੰ ਇਸ ਵੇਲੇ ਪੂਰੀ ਲੋੜ ਹੈ। ਹੁਣ ਇਹ ਦੱਸੋ ਕਿ ਜਸਕੀਰਤ ਸਿੱਧੂ ਦੀ ਕਿਸਮਤ ਦਾ ਫੈਸਲਾ ਕਰਨ ਦੇ ਵਿੱਚ CBSA ਜਾਂ ਕੈਨੇਡਾ ਬਾਰਡਰ ਪੁਲਿਸ ਹੈ, ਉਹਨਾਂ ਦਾ ਕਿੰਨਾ ਕੁ ਹੱਥ ਹੈ? ਜਦੋਂ ਵੀ ਕੋਈ PR ਕਿਸੇ ਗੰਭੀਰ ਅਪਰਾਧ ਦਾ ਦੋਸ਼ੀ ਪਾਇਆ ਜਾਂਦਾ ਤਾਂ CBSA ਫੈਸਲਾ ਕਰਦੀ ਹੈ ਕਿ ਇਮੀਗ੍ਰੇਸ਼ਨ ਕੈਨੇਡਾ ਨੂੰ ਉਸ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਦੀ ਸਲਾਹ ਦੇਣੀ ਚਾਹੀਦੀ ਹੈ ਜਾਂ ਨਹੀਂ, ਅਤੇ ਉਹ ਉਹਨਾਂ ਨੂੰ ਇਸ ਸੰਬੰਧੀ ਇੱਕ ਰਿਪੋਰਟ ਲਿਖ ਕੇ ਇਤਲਾਹ ਦਿੰਦੇ ਹਨ। ਰਿਪੋਰਟ ਲਿਖਣ ਤੋਂ ਪਹਿਲਾਂ CBSA ਉਸ ਵਿਅਕਤੀ ਜਿਸ ਦੇ ਸੰਬੰਧ ਵਿੱਚ ਰਿਪੋਰਟ ਲਿਖਣੀ ਹੈ ਉਸ ਨੂੰ ਇੱਕ ਮੌਕਾ ਦਿੰਦੇ ਆ ਕਿ ਵੀ ਉਹ ਆਪਣਾ ਦੱਸੇ ਵੀ ਉਹ ਆਪਣੀ ਬਾਬਤ ਦੱਸੇ ਵੀ ਉਹਦੀ ਰਿਪੋਰਟ ਕਿਉਂ ਨਹੀਂ ਲਿਖਣੀ ਚਾਹੀਦੀ। ਭਾਈਚਾਰੇ ਦੀ ਜਿਹੜੀ ਹਿਮਾਇਤ ਹੈ ਅਤੇ ਕਮਿਊਨਿਟੀ ਕਨੈਕਸ਼ਨ ਸਭ ਤੋਂ ਵੱਡੀਆਂ ਚੀਜ਼ਾਂ ਵਿੱਚੋਂ ਇੱਕ ਹਨ ਜੋ CBSA ਦੇ ਫੈਸਲੇ ਨੂੰ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਤੇ ਪੈ ਸਕਦਾ ਜੀ। ਇਸ ਲਈ ਕਮਿਊਨਿਟੀ ਦੇ ਹਰ ਇੱਕ ਮੈਂਬਰ ਵੱਲੋਂ ਜਸਕੀਰਤ ਸਿੱਧੂ ਦਾ ਜਿਹੜਾ ਸਮਰਥਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਆਪਾਂ ਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਜਰਨੈਲ ਜੀ, ਵੀ ਬਾਏ ਦਾ ਐਂਡ ਆਫ ਦਾ ਡੇ ਇੱਕ ਸਿੰਪਲ ਮਾਮੂਲੀ ਜਿਹਾ ਕਾਰ ਸਟਾਪ ਸਾਈਨ ਵਾਇਲੇਸ਼ਨ ਦਾ ਸੀਗਾ, ਪਰ ਇਹਦਾ ਖਮਿਆਜ਼ਾ ਬਹੁਤ ਵੱਡਾ ਉਹਨੂੰ ਭੁਗਤਣਾ ਪੈ ਰਿਹਾ ਜੀ। 16 ਬੰਦਿਆਂ ਦੀ ਜਾਨ ਵੀ ਚਲੀ ਗਈ ਜੀ। ਜਸਕੀਰਤ ਸਿੱਧੂ ਦੀ ਮਦਦ ਲਈ ਆਮ ਜਨਤਾ ਕੀ ਕਰ ਸਕਦੀ ਹੈ? ਜਸਕੀਰਤ ਨੂੰ ਜਿੰਨੀ ਜ਼ਿਆਦਾ ਕਮਿਊਨਿਟੀ ਸਪੋਰਟ ਮਿਲਦੀ ਆ, ਓਨਾ ਹੀ ਉਸਦੀਆਂ ਆਪਣੀ ਪਤਨੀ ਅਤੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿਣ ਦੀਆਂ ਜਿਹੜੀਆਂ ਸੰਭਾਵਨਾਵਾਂ ਐਕਸਪੈਕਟੇਸ਼ਨਸ ਆ ਜੀ, ਉਹਨਾਂ 'ਚ ਵਾਧਾ ਹੋ ਸਕਦਾ। ਕੋਈ ਵੀ ਜੋ ਜਸਕੀਰਤ ਦਾ ਸਮਰਥਨ ਕਰਨਾ ਚਾਹੁੰਦਾ ਉਸ ਨੂੰ ਪੱਤਰ ਜਾਂ CBSA ਨੂੰ ਹਜੇ ਵੀ ਈਮੇਲ ਕਰਨੀ ਚਾਹੀਦੀ ਹੈ। CBSA ਦਾ ਈਮੇਲ ਐਡਰੈਸ ਮੈਂ ਤੁਹਾਨੂੰ ਲਿਖਾ ਦਿੰਦਾ ਜੀ, contact@cbsa.gc.ca ਤੇ ਤੁਸੀਂ ਆਪਣੇ ਵੱਲੋਂ ਜੋ ਤੁਹਾਡੇ ਮਨ 'ਚ ਹੈ ਤੁਸੀਂ ਜਸਕੀਰਤ ਬਾਰੇ ਲਿਖ ਸਕਦੇ ਹੋ। ਤੁਸੀਂ ਆਪਣੇ MP ਆਪਣੇ MLA ਨਾਲ ਵੀ ਉਹਨਾਂ ਨੂੰ ਕਾਲ ਕਰ ਸਕਦੇ ਹੋ, ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ। ਸੋਸ਼ਲ ਮੀਡੀਆ ਤੇ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਲੋਕਾਂ ਨੂੰ CBSA ਨੂੰ ਵੀ ਲਿਖਣਾ ਚਾਹੀਦਾ ਹੈ, ਤਾਂ ਕਿ ਇਹ ਇੱਕ ਇਸ ਵੇਲੇ ਨੇਕ ਕੰਮ ਹੋਊਗਾ ਇਸ ਨੌਜਵਾਨ ਨੂੰ ਕੈਨੇਡਾ 'ਚ ਰੱਖਣ ਦਾ ਜੀ। ਸੋ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਅਗਲੇ ਸਵਾਲਾਂ ਤੇ ਚਰਚਾ ਲਈ। ਗੱਲਬਾਤ ਚੱਲ ਰਹੀ ਹੈ ਵਕੀਲ ਬ੍ਰਿਜ ਮੋਹਨ ਦੇ ਨਾਲ। ਜਸਕੀਰਤ ਸਿੱਧੂ ਦੇ ਕੇਸ ਦੇ ਬਾਰੇ ਅਸੀਂ ਚਰਚਾ ਕਰ ਰਹੇ ਹਾਂ। ਬ੍ਰਿਜ ਮੋਹਨ ਜੀ, ਹੁਣ ਮੇਰਾ ਅਗਲਾ ਸਵਾਲ ਹੈ, ਤੁਸੀਂ CBSA ਦੀ ਗੱਲ ਕੀਤੀ ਸੀ ਕਮਰਸ਼ੀਅਲ ਬ੍ਰੇਕ ਤੋਂ ਪਹਿਲਾਂ। CBSA ਦੇ ਕੋਲ ਸਿੱਧੂ ਦੇ ਦੇਸ਼ ਨਿਕਾਲੇ ਨੂੰ ਰੋਕਣ ਦੀ ਕੀ ਸ਼ਕਤੀ ਹੈ? ਇਸ ਦਾ ਇੱਕ ਸਿੱਧਾ ਸਾਦਾ ਜਵਾਬ ਹੈ, ਉਹਨਾਂ ਕੋਲ ਜੀ ਪੂਰੀ ਸ਼ਕਤੀ ਹੈ। CBSA ਡਿਪੋਰਟੇਸ਼ਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਸਕਦੀ ਹੈ ਜੀ। ਉਹਨਾਂ ਨੂੰ ਬਸ ਇਹੀ ਫੈਸਲਾ ਕਰਨਾ ਪਵੇਗਾ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਕੈਨੇਡਾ ਨੂੰ ਰਿਪੋਰਟ ਭੇਜਣ ਦੀ ਲੋੜ ਹੈਗੀ ਜਾਂ ਨਹੀਂ। ਮੈਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸ ਅਸੀਂ ਲੜ ਚੁੱਕੇ ਹਾਂ, ਅਤੇ ਜਦੋਂ ਲੋਕਾਂ ਵੱਲੋਂ ਕਾਫੀ ਜਰਨੈਲ ਜੀ ਸਹਾਇਤਾ ਮਿਲ ਜਾਂਦੀ ਹੈ, ਲੋਕਾਂ ਵੱਲੋਂ ਦਬਾਅ ਪੈ ਜਾਂਦਾ, ਪ੍ਰੈਸ਼ਰ ਪੈ ਜਾਂਦਾ, ਤਾਂ CBSA ਲੋਕਾਂ ਦੀ ਆਵਾਜ਼ ਸੁਣਦੇ ਆ ਅਤੇ ਰਿਪੋਰਟ ਨਹੀਂ ਲਿਖਦੇ ਜੀ। ਮੁੱਖ ਚੀਜ਼ ਜੋ CBSA ਵੇਖਦੀ ਹੈ ਉਹ ਹੈ ਕਿ ਵੀ ਅਸਧਾਰਨ ਹਾਲਾਤ ਜੋ ਕਿਸੇ ਵਿਅਕਤੀ ਨੂੰ ਕੈਨੇਡਾ ਵਿੱਚ ਰਹਿਣ ਦੇ ਯੋਗ ਬਣਾਉਣ, ਅਤੇ ਭਰਮੀ ਜਿਹੜੀ ਭਾਈਚਾਰੇ ਦੀ ਸਹਾਇਤਾ ਮਿਲ ਜਾਣੀ ਇਸ ਦਾ ਇੱਕ ਪ੍ਰਮੁੱਖ ਹਿੱਸਾ ਬਣ ਜਾਂਦੀ ਹੈ ਜੀ। ਬ੍ਰਿਜ ਮੋਹਨ ਜੀ, ਕੁਝ ਪਰਿਵਾਰਾਂ ਦੇ ਲੋਕ ਅਜਿਹੇ ਨੇ ਜੋ ਜਸਕੀਰਤ ਸਿੱਧੂ ਨੂੰ ਦੇਸ਼ ਨਿਕਾਲੇ ਦੇ ਹੱਕ ਵਿੱਚ ਨੇ, ਇਸ ਬਾਰੇ ਕੀ ਕਹਿਣਾ? ਅੱਜ ਅਸੀਂ TV ਤੇ ਦੇਖਿਆ, ਮੈਂ ਉਹਨਾਂ ਦਾ ਦੁੱਖ ਵੀ ਸਮਝ ਸਕਦਾ। ਉਹਨਾਂ ਦੀ ਭਾਵਨਾ ਦੀ ਮੈਂ ਕਦਰ ਕਰਦਾ। ਉਹਨਾਂ ਦੇ ਬੱਚੇ ਇਸ ਦੁਨੀਆ 'ਚ ਨਹੀਂ ਰਹੇ। ਜੋ ਕੁਝ ਵੀ ਵਾਪਰਿਆ ਉਸ ਨੂੰ ਕੋਈ ਵੀ ਬਦਲ ਨਹੀਂ ਸਕਦਾ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਸਕੀਰਤ ਨੇ ਹਾਦਸੇ ਤੋਂ ਬਾਅਦ ਉਹ ਸਭ ਕੁਝ ਕੀਤਾ ਜਰਨੈਲ ਜੀ ਜੋ ਕਿਸੇ ਜ਼ਿੰਮੇਵਾਰ ਇਨਸਾਨ ਤੋਂ ਆਸ ਰੱਖੀ ਜਾ ਸਕਦੀ ਹੈ। ਆਪਣੀ ਗਲਤੀ ਕਬੂਲ ਕਰਨੀ ਇੱਕ ਬਹੁਤ ਵੱਡੀ ਇਨਸਾਨੀ ਫਿਤਰਤ ਹੈ,
ਅਤੇ ਇਹ ਤੁਹਾਡੇ ਆਚਰਣ, ਤੁਹਾਡੇ ਕਰੈਕਟਰ ਬਾਰੇ ਦਰਸਾਉਂਦੀ ਹੈ ਜੀ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਸਿਰਫ ਇੱਕ ਹਾਦਸਾ ਹੀ ਸੀ, ਨਾ ਕਿ ਜਾਣ ਬੁੱਝ ਕੇ ਮਿੱਥ ਕੇ ਹੋਰਾਂ ਲੋਕਾਂ ਨੂੰ ਦੁਖੀ ਕਰਨ ਦੇ ਇਰਾਦੇ ਨਾਲ ਕੀਤੀ ਹੋਈ ਕੋਈ ਮਾੜੀ ਕਰਤੂਤ ਜੀ। ਹਾਦਸੇ ਦੇ ਸ਼ਿਕਾਰ ਹੋਏ ਕੁਝ ਬੱਚਿਆਂ ਦੇ ਅਜਿਹੇ ਪਰਿਵਾਰਕ ਮੈਂਬਰ ਵੀ ਹਨ ਜੋ ਜਸਕੀਰਤ ਦਾ ਸਮਰਥਨ ਵੀ ਪੂਰਾ ਕਰ ਰਹੇ ਹਨ ਜੀ। ਜੀ ਸਕਾਟ ਥਾਮਸ ਦਾ ਪੁੱਤਰ ਇਵਾਨ ਸੀ ਜੋ ਇਸ ਹਾਦਸੇ 'ਚ ਮਾਰਿਆ ਗਿਆ ਸੀ, ਲੇਕਿਨ ਸਕਾਟ ਥਾਮਸ ਨੇ ਜਸਕੀਰਤ ਸਿੱਧੂ ਦੇ ਹੱਕ ਦੇ ਵਿੱਚ ਜਾਂ ਸਮਰਥਨ 'ਚ ਪੱਤਰ ਲਿਖਿਆ ਹੈ ਜੀ। हाँ जी, बहुत मैं इस शख्सियत ਨੂੰ ਦਿਲੋਂ ਸਲਾਮ ਕਰਦਾ। ਸਕਾਟ ਥਾਮਸ ਨੇ ਕਿਹਾ ਕਿ ਉਸਨੇ ਉਸ ਨੂੰ ਹਰ ਰੋਜ਼ ਆਪਣੇ 18 ਸਾਲ ਦੇ ਬੇਟੇ ਦੀ ਮੌਤ ਦਾ ਹਰ ਰੋਜ਼ ਦੁੱਖ ਹੁੰਦਾ ਹੈ, ਪਰ ਉਸਨੇ ਫਿਰ ਵੀ ਸਿੱਧੂ ਦੇ ਹੱਕ ਵਿੱਚ ਇੱਕ ਪੱਤਰ ਲਿਖਿਆ ਜੀ। ਉਸਨੇ ਇਹ ਵੀ ਕਿਹਾ ਕਿ ਉਹ ਉਹਨਾਂ ਕਾਨੂੰਨਾਂ ਬਾਰੇ ਬਹੁਤ ਜ਼ਿਆਦਾ ਚਿੰਤਤ ਹੈ ਜਿਸਨੇ ਸਿਰਫ 3 ਹਫ਼ਤੇ ਪਹਿਲਾਂ ਹੀ ਨਵੇਂ ਬਣੇ ਡਰਾਈਵਰ ਜਸਕੀਰਤ ਨੂੰ ਇੰਨੇ ਵੱਡੇ ਟਰੱਕ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਥਾਮਸ ਨੇ ਸਿੱਧੂ ਨੂੰ ਅਦਾਲਤ ਵਿੱਚ ਮਾਫ ਵੀ ਕਰ ਦਿੱਤਾ ਅਤੇ ਸਿੱਧੂ ਦੇ ਪਰਿਵਾਰ ਨਾਲ ਉਹਨੇ ਸੰਪਰਕ ਵੀ ਕਾਇਮ ਰੱਖਿਆ ਜੀ। ਜੇ ਇਹ ਪਿਤਾ ਜੋ ਆਪਣੇ ਪੁੱਤਰ ਨੂੰ ਗਵਾ ਬੈਠਾ ਹੈ, ਆਪਣੇ ਜਵਾਨ ਪੁੱਤਰ ਨੂੰ ਗਵਾ ਬੈਠਾ ਹੈ, ਜਸਕੀਰਤ ਦਾ ਸਮਰਥਨ ਕਰ ਰਿਹਾ, ਤਾਂ ਸਾਨੂੰ ਸਾਰਿਆਂ ਨੂੰ ਜਸਕੀਰਤ ਦੀ ਮਦਦ ਕਰਨ ਲਈ CBSA ਨੂੰ ਈਮੇਲ ਜਾਂ ਪੱਤਰ ਭੇਜਣ ਤੋਂ ਕਿਹੜੀ ਗੱਲ ਰੋਕ ਰਹੀ ਹੈ। ਸੋ ਇਹ ਲੋਕਾਂ ਦੀ, ਕੈਨੇਡੀਅਨਸ ਦੀ ਫਿਤਰਤ ਹੈ ਜੀ। ਇਹ ਲੋਕੀ ਨਾ ਹਮੇਸ਼ਾ ਮਾਫੀ 'ਚ ਵਿਸ਼ਵਾਸ ਰੱਖਦੇ ਆ, ਬੰਦੇ ਨੂੰ ਮਾਫ ਕਰਨ 'ਚ, ਦੂਜੇ ਨੂੰ ਸੈਕੰਡ ਚਾਂਸ ਦੇਣ 'ਚ ਹਮੇਸ਼ਾ ਹੀ ਇਹਨਾਂ ਦਾ ਪਹਿਲਾ ਇਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੀ। ਮਿਸਟਰ ਸਿੱਧੂ ਸਿਟੀਜ਼ਨ ਨਹੀਂ ਹੈ ਕੈਨੇਡਾ ਦਾ। ਕੀ ਮਾਨਯੋਗ ਜੱਜ ਸਾਹਿਬਾਨ ਨੇ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਇਸ ਬਾਰੇ ਵਿਚਾਰ ਕੀਤਾ ਹੋਵੇਗਾ? ਹਾਂ ਜੀ, ਸਾਰੇ ਹੀ ਅਪਰਾਧਿਕ ਮਾਮਲਿਆਂ ਜਿੱਥੇ ਦੋਸ਼ੀ ਨਾਗਰਿਕ ਨਹੀਂ ਹੁੰਦਾ, ਜੱਜ ਸਜ਼ਾ ਦਾ ਫੈਸਲਾ ਕਰਦੇ ਸਮੇਂ ਇਸ ਨੂੰ ਜ਼ਰੂਰ ਧਿਆਨ 'ਚ ਰੱਖਦੇ ਹਨ। ਪਰ ਕੇਵਲ ਤੇ ਕੇਵਲ ਇਹੀ ਇੱਕ ਚੀਜ਼ ਨਹੀਂ ਹੁੰਦੀ ਜਿਸ ਬਾਰੇ ਜੱਜ ਸੋਚ ਵਿਚਾਰ ਕਰਦਾ ਜੀ। ਇਹ ਕਾਨੂੰਨ ਦਾ ਇੱਕ ਬਹੁਤ ਹੀ ਅਜੀਬੋ-ਗਰੀਬ ਜਿਹਾ ਹਿੱਸਾ ਹੈ, ਪਰ ਦੇਸ਼ ਨਿਕਾਲੇ ਨੂੰ ਕ੍ਰਿਮੀਨਲ ਕੋਰਟ 'ਚ ਸਜ਼ਾ ਨਹੀਂ ਮੰਨਿਆ ਜਾਂਦਾ, ਇਸ ਨੂੰ ਇੱਕ ਵੱਖਰਾ ਮੁੱਦਾ ਮੰਨਿਆ ਜਾਂਦਾ ਜੀ। ਪਰ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਤੁਹਾਨੂੰ ਕੈਨੇਡਾ ਤੋਂ ਕੱਢ ਕੇ ਤੁਹਾਡੇ ਪਰਿਵਾਰ ਤੋਂ ਵੱਖ ਕਰ ਦੇਣਾ ਸਭ ਤੋਂ ਸਖਤ ਸਜ਼ਾ, ਅਤੇ ਇਸ ਲਈ ਜੋ ਵੀ ਉਸ ਦਾ ਸਮਰਥਨ ਕਰਨਾ ਚਾਹੁੰਦਾ ਉਸਨੂੰ CBSA ਨੂੰ ਈਮੇਲ ਕਰਨੀ ਜਾਂ ਫੋਨ ਕਰਨਾ ਲਾਜ਼ਮੀ ਹੈਗਾ ਜੀ। ਬ੍ਰਿਜਮੋਹਨ ਜੀ, ਕਿਸੇ ਅਪਰਾਧ ਦੇ ਕਾਰਨ ਦੋਸ਼ੀ ਨੂੰ ਦੇਸ਼ ਨਿਕਾਲਾ ਦੇਣਾ ਦਾ ਮਤਲਬ ਇਹ ਹੈ ਕਿ ਬਾਕੀ ਲੋਕਾਂ ਨੂੰ, ਆਮ ਜਨਤਾ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕੀ ਹੁਣ ਜੇ ਇਸ ਨੂੰ ਜਸਕੀਰਤ ਸਿੱਧੂ ਨੂੰ ਦੇਸ਼ ਨਿਕਾਲਾ ਮਿਲ ਜਾਂਦਾ ਹੈ, ਕੀ ਇਸ ਦੇ ਨਾਲ ਬਾਕੀ ਜਨਤਾ ਸੁਰੱਖਿਅਤ ਹੋਵੇਗੀ? ਬਿਲਕੁਲ ਸੁਰੱਖਿਅਤ ਹੋਵੇਗੀ ਜੀ। ਕੋਈ ਜਨਤਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਜਸਕੀਰਤ ਇੱਕ ਅਪਰਾਧੀ ਨਹੀਂ ਹੈ ਜੀ, ਆਪਾਂ ਇਹਨੂੰ ਕ੍ਰਿਮੀਨਲ ਦੇ ਤੌਰ ਤੇ ਸੋਚ ਵੀ ਨਹੀਂ ਸਕਦੇ। ਇਹ ਸਭ ਕੁਝ ਤਾਂ ਇੱਕ ਦੁਰਘਟਨਾ ਕਾਰਨ ਹੀ ਵਾਪਰਿਆ ਜੋ ਨਹੀਂ ਸੀ ਵਾਪਰਨਾ ਚਾਹੀਦਾ। ਕੈਦ ਦੀ ਸਜ਼ਾ ਤੋਂ ਬਾਅਦ ਵੀ ਉਹ ਪੂਰੇ 10 ਸਾਲ ਤੱਕ ਡਰਾਈਵਿੰਗ ਨਹੀਂ ਕਰ ਸਕੂਗਾ। ਮੇਰਾ ਨਹੀਂ ਖਿਆਲ ਉਹ ਦੁਬਾਰਾ ਕਦੇ ਜ਼ਿੰਦਗੀ 'ਚ ਟਰੱਕ ਵੀ ਚਲਾਊਗਾ। ਸਾਡੇ ਸਾਰਿਆਂ ਵਾਂਗ ਹੀ ਮਿਸਟਰ ਸਿੱਧੂ ਆਪਣੇ ਵਧੀਆ ਜੀਵਨ ਲਈ ਹੀ ਇਸ ਵਧੀਆ ਮੁਲਕ 'ਚ ਆਇਆ ਸੀਗਾ ਜੀ। ਉਹ ਤਾਂ ਆਮ ਵਾਂਗ ਮਿਹਨਤ ਮੁਸ਼ੱਕਤ ਕਰ ਰਿਹਾ ਸੀ ਕਿ ਅਚਾਨਕ ਇਹ ਦੁਖਾਂਤ ਘਟਨਾ ਘਟ ਗਈ ਜੀ। ਇਸ ਸਮੇਂ ਜੇ ਉਸਨੂੰ ਲੋੜ ਹੈ ਤਾਂ ਜਨਤਾ ਦੀ ਮਦਦ ਦੀ, ਨਾ ਕਿ ਕਿਸੇ ਵੀ ਤਰ੍ਹਾਂ ਦੀ ਘਿਰਨਾ ਦੀ ਜੀ। ਉਸਨੇ ਆਪਣੀ ਗਲਤੀ ਦਾ ਅਹਿਸਾਸ ਪੂਰਾ ਕੀਤਾ, ਪੂਰੀ ਸਜ਼ਾ ਕੱਟੀ ਹੈ, ਕੱਟ ਰਿਹਾ ਹੈ, ਤੇ ਮੇਰਾ ਖਿਆਲ ਆਉਣ ਵਾਲੇ ਸਾਰੀ ਜ਼ਿੰਦਗੀ ਉਹਨੂੰ ਇਸ ਗੱਲ ਦਾ ਪਛਤਾਵਾ ਰਹੂਗਾ ਕਿ ਉਸ ਦੀ ਇੱਕ ਛੋਟੀ ਜਿਹੀ ਗਲਤੀ ਕਾਰਨ 16 ਬੱਚਿਆਂ ਦੀ ਮੌਤ ਹੋ ਗਈ ਤੇ 13 ਅਪਾਹਜ ਹੋ ਗਏ ਜੀ। ਅਗਰ CBSA ਦੇਸ਼ ਨਿਕਾਲੇ ਸੰਬੰਧੀ ਰਿਪੋਰਟ ਲਿਖ ਕੇ ਭੇਜ ਦਿੰਦੀ ਹੈ ਤੇ ਅੱਗੇ ਕੀ ਹੋਏਗਾ? ਕੀ ਜਸਕੀਰਤ ਸਿੱਧੂ ਇਸ ਦੇ ਲਈ ਅਪੀਲ ਕਰ ਸਕਦਾ ਹੈ ਜੀ? ਨਹੀਂ, ਜਸਕੀਰਤ ਕੋਲ ਇਮੀਗ੍ਰੇਸ਼ਨ ਬੋਰਡ ਦੇ ਇਸ ਦੇਸ਼ ਨਿਕਾਲੇ ਦੇ ਫੈਸਲੇ ਵਿਰੁੱਧ ਅਪੀਲ ਕਰਨ ਦਾ ਬਹੁਤ ਹੀ ਘੱਟ ਹੱਕ ਹੈ ਜੀ। ਇੱਕ ਪਰਮਾਨੈਂਟ ਰੈਜ਼ੀਡੈਂਟ ਕੋਲ ਅਪੀਲ ਕਰਨ ਦਾ ਹੱਕ ਉਦੋਂ ਹੀ ਹੈ ਜੇ ਉਹ ਜੇਲ੍ਹ 'ਚ 6 ਮਹੀਨੇ ਦੇ ਸਮੇਂ ਤੋਂ ਵੱਧ ਨਾ ਰਿਹਾ ਹੋਵੇ। ਇਹੀ ਕਾਰਨ ਹੈ ਕਿ ਇਹ ਸਭ ਤੋਂ ਪਹਿਲਾਂ ਹੀ ਜਸਕੀਰਤ ਦੀ ਮਦਦ ਕਰਨ ਵਾਲਿਆਂ ਨੂੰ, ਜਿਹੜੇ ਵੀ ਉਹਦੇ ਸਮਰਥਕ ਆ, ਉਹਨਾਂ ਨੂੰ CBSA ਨੂੰ ਜ਼ਰੂਰ ਕੰਟੈਕਟ ਕਰਨਾ ਚਾਹੀਦਾ। ਹਾਂ, ਜਸਕੀਰਤ ਫੈਡਰਲ ਕੋਰਟ ਕੋਲ ਇਸ ਤੇ ਮੁੜ ਵਿਚਾਰ ਕਰਨ ਦੀ ਬੇਨਤੀ ਜ਼ਰੂਰ ਕਰ ਸਕਦਾ, ਪਰ ਇਸ ਤਰ੍ਹਾਂ ਕਰਨ ਲਈ ਪਹਿਲਾਂ ਆਗਿਆ ਲੈਣੀ ਪੈਂਦੀ ਹੈ। ਜੇ ਆਗਿਆ ਨਹੀਂ ਮਿਲਦੀ ਤਾਂ ਜਿਹੜੀਆਂ ਸਾਰੀਆਂ ਆਸਾਂ ਉਸ ਤੇ ਜਿਹੜੀਆਂ ਐਕਸਪੈਕਟੇਸ਼ਨਸ ਆਪਾਂ ਹੈਗੀਆਂ ਜਾਂ ਆਪਾਂ ਜ਼ੋਰ ਲਾ ਰਹੇ ਹਾਂ, ਉਹਨਾਂ ਦੇ ਪਾਣੀ ਫਿਰ ਸਕਦਾ ਜੀ। ਸੋ ਉਹਦੇ ਜਿਹੜੇ ਚਾਂਸਿਸ ਆ ਉਹ ਇਸ ਵੇਲੇ ਹੈ ਜੇ ਉਹਦੀ ਰਿਪੋਰਟ ਹੀ ਨਾ ਲਿਖੀ ਜਾਵੇ ਜੀ। ਅਦਾਲਤ ਦੇ ਵਿੱਚ ਆਖਰੀ ਦਿਨ ਜਸਕੀਰਤ ਸਿੱਧੂ ਨੇ ਮਾਫੀ ਮੰਗੀ ਹੈ। ਹੁਣ ਇਸ ਕੇਸ ਵਿੱਚ ਜਾਂ ਕਿਸੇ ਹੋਰ ਕੇਸ 'ਚ ਜੇ ਇਸ ਤਰ੍ਹਾਂ ਮਾਫੀ ਮੰਗੀ ਜਾਂਦੀ ਹੈ ਤਾਂ ਉਸ ਦਾ ਕੀ ਅਸਰ ਪਏਗਾ ਕੇਸ 'ਤੇ? ਸੋਤਾ ਸਾਹਿਬ,
ਮਾਫੀ ਮੰਗਣਾ ਬਹੁਤ ਹੀ ਸ਼ਕਤੀਸ਼ਾਲੀ ਸ਼ਸਤਰ ਹੈ ਜੀ। ਹੂੰ। ਫਿਰ ਇਹ ਭਾਵੇਂ ਕਿਸੇ ਅਦਾਲਤ ਦੇ ਕਮਰੇ 'ਚ ਹੋਵੇ ਜਾਂ ਪਤੀ ਪਤਨੀ ਦੇ ਆਪਣੇ ਬੈਡਰੂਮ 'ਚ ਜੀ। ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਬਦਲਵੇਂ ਮੌਕਿਆਂ ਅਤੇ ਮਾਫੀ ਦੇ ਆਧਾਰ ਤੇ ਬਣਿਆ ਹੋਇਆ। ਜੇ ਜੱਜ ਨੂੰ ਵਿਸ਼ਵਾਸ ਹੋ ਜਾਵੇ ਵੀ ਕੋਈ ਵੀ ਦੋਸ਼ੀ ਸੱਚੇ ਦਿਲੋਂ ਮਾਫੀ ਮੰਗ ਰਿਹਾ ਤਾਂ ਫਿਰ ਇਸ ਨੂੰ ਬਹੁਤ ਹੀ ਮਹੱਤਵਤਾ ਦਿੱਤੀ ਜਾਂਦੀ ਹੈ ਜੀ। ਇਸ ਮਾਮਲੇ 'ਚ ਕੋਈ ਵੀ ਸ਼ੱਕ ਨਹੀਂ ਕਿ ਜਦੋਂ ਮਿਸਟਰ ਸਿੱਧੂ ਨੇ ਆਪਣਾ ਦੋਸ਼ ਕਬੂਲ ਕੀਤਾ, ਮਾਫੀ ਮੰਗੀ, ਉਹਨੇ ਆਪਣੀ ਗਲਤੀ ਦਾ ਪੂਰੀ ਜ਼ਿੰਮੇਵਾਰੀ ਲਈ ਤੇ ਜੱਜ ਨੇ ਉਸ ਤੇ ਵਿਸ਼ਵਾਸ ਵੀ ਕੀਤਾ। ਹੋਰ ਮਾਮਲਿਆਂ 'ਚ ਕਈ ਜੱਜਾਂ ਨੇ ਇਹ ਵੀ ਖੁੱਲ੍ਹ ਕੇ ਕਿਹਾ ਕਿ ਉਹ ਉਸ ਵਿਅਕਤੀ ਨੂੰ ਜੇਲ੍ਹ ਨਹੀਂ ਭੇਜਣਗੇ ਜਿਸ ਨੇ ਪੀੜਤ ਅਤੇ ਅਦਾਲਤ ਕੋਲੋਂ ਸੱਚੇ ਦਿਲੋਂ, ਆਨੈਸਟ ਦਿਲੋਂ ਉਹਨਾਂ ਨੇ ਮਾਫੀ ਮੰਗ ਕੇ ਆਪਣਾ ਕਸੂਰ ਮੰਨਿਆ ਜੀ। ਬ੍ਰਿਜਮੋਹਨ ਜੀ, ਇਸ ਤੋਂ ਅੱਗੇ ਅਜਿਹਾ ਇੱਕ ਹੋਰ ਸਵਾਲ ਹੈ। ਜਸਕੀਰਤ ਸਿੱਧੂ ਦੇ ਹੱਕ ਵਿੱਚ ਹਰ ਧਰਮ, ਹਰ ਵਰਗ ਦੇ ਲੋਕਾਂ ਨੇ, ਚਾਹੇ ਉਹ ਕਿਸੇ ਵੀ ਕੌਮ ਨਾਲ ਸੰਬੰਧਿਤ ਸੀ, ਉਹਨਾਂ ਨੇ ਜਸਕੀਰਤ ਸਿੱਧੂ ਦੇ ਹੱਕ 'ਚ ਪੱਤਰ ਲਿਖੇ। ਹੁਣ ਮੇਰਾ ਸਵਾਲ ਇਹ ਹੈ ਕਿ ਇਹ ਜੋ ਫੈਸਲਾ ਹੈ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ? ਇਸ ਬਾਰੇ ਦੱਸੋ। ਤੁਹਾਡਾ ਭਾਵ ਅਰਥ ਹੈ ਵੀ CBSE ਨੂੰ, ਸੌਰੀ, ਇਮੀਗ੍ਰੇਸ਼ਨ ਕੈਨੇਡਾ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੀ, ਗੱਲਬਾਤ ਕਰਨ ਦੀ? ਜੀ। ਨਹੀਂ ਜੀ, ਬਿਲਕੁਲ ਨਹੀਂ ਜੀ। ਇੱਕ ਤਾਂ ਇਹ ਗੱਲ ਹੈ ਕਿ CBSE ਦਾ ਫੈਸਲਾ ਸਰਕਾਰ ਤੋਂ ਬਿਲਕੁਲ ਸੁਤੰਤਰ, ਇੰਡੀਪੈਂਡੈਂਟ ਹੁੰਦਾ ਜੀ। ਜੋ ਹੋਰ ਵੀ ਮਹੱਤਵਪੂਰਨ ਗੱਲ ਆ ਉਹ ਇਹ ਹੈ ਵੀ CBSE ਜਸਕੀਰਤ ਦੀ ਕਿਸਮਤ ਦਾ ਫੈਸਲਾ ਕਰਦੇ ਸਮੇਂ ਇਸ ਗੱਲ ਨੂੰ ਪੂਰਾ ਧਿਆਨ 'ਚ ਰੱਖੇਗੀ ਕਿ ਉਸ ਨੂੰ ਜਨਤਾ ਦੀ ਕਿੰਨੀ ਹਮਾਇਤ ਹੈਗੀ ਆ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਨਸਲਵਾਦੀ ਲੋਕ ਵੀ CBSE ਨੂੰ ਇਹ ਲਿਖ ਰਹੇ ਆ ਕਿ ਜਸਕੀਰਤ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਜਸਕੀਰਤ ਦੇ ਸਮਰਥਕਾਂ ਲਈ ਇਹ ਹੁਣ ਮੌਕਾ ਹੈਗਾ ਇੱਕ ਵਾਰ ਫੇਰ ਪੂਰਾ ਹਮਲਾ ਮਾਰਨ ਦਾ, CBSE ਨੂੰ ਕੰਟੈਕਟ ਕਰਨ ਦਾ। ਹੁਣ ਬ੍ਰਿਜਮੋਹਨ ਜੀ, ਮੰਨ ਲਓ ਜੋ ਜਸਕੀਰਤ ਸਿੱਧੂ ਹੈ ਉਸ ਨੂੰ ਦੇਸ਼ ਨਿਕਾਲਾ ਹੋ ਜਾਂਦਾ ਹੈ ਤਾਂ ਕੀ ਉਹ ਕਦੇ ਮੁੜ ਕੈਨੇਡਾ ਵਾਪਸ ਆ ਸਕਦਾ ਹੈ? ਜਰਨੈਲ ਜੀ, ਇਸ ਦਾ ਕੋਈ ਵੀ ਸਿੱਧਾ ਸਾਦਾ ਜਵਾਬ ਹਾਂ ਜਾਂ ਨਾ 'ਚ ਨਹੀਂ ਦਿੱਤਾ ਸਕਦਾ। ਹੋ ਸਕਦਾ ਵੀ ਉਹ 30-35 ਸਾਲਾਂ 'ਚ ਵਾਪਸ ਆ ਸਕੇ, ਪਰ ਇਸ ਸੰਬੰਧੀ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਜਿਸ ਵਿਅਕਤੀ ਨੂੰ ਦੇਸ਼ ਨਿਕਾਲੇ ਦੇ ਹੁਕਮਾਂ ਅਨੁਸਾਰ ਦੇਸ਼ ਛੱਡਣਾ ਪੈਂਦਾ, ਫਿਰ ਉਹ ਇਮੀਗ੍ਰੇਸ਼ਨ ਮਿਨਿਸਟਰ ਦੀ ਆਗਿਆ ਤੋਂ ਬਿਨਾਂ ਵਾਪਸ ਨਹੀਂ ਆ ਸਕਦਾ। ਪਰ ਜੇ ਲੰਬੇ ਸਮੇਂ ਤੋਂ ਬਾਅਦ ਵਾਪਸ ਆ ਵੀ ਜਾਵੇ ਤਾਂ ਜ਼ਿੰਦਗੀ ਦਾ ਵੱਡਾ ਹਿੱਸਾ ਤਾਂ ਕੁਰਬਾਨ ਹੋ ਹੀ ਗਿਆ। ਇਹੀ ਕਾਰਨ ਹੈ ਕਿ ਉਸ ਦੀ ਮਦਦ ਕਰਨ ਵਾਲਿਆਂ ਨੂੰ ਤੁਰੰਤ ਹੀ ਕੁਝ ਨਾ ਕੁਝ ਕਰਨ ਦੀ ਲੋੜ ਹੈ ਜੀ। ਬ੍ਰਿਜਮੋਹਨ ਜੀ, ਬਹੁਤ ਬਹੁਤ ਧੰਨਵਾਦ ਵਿਚਾਰ ਚਰਚਾ ਕਰਨ ਲਈ ਸਰ। ਥੈਂਕ ਯੂ ਜਰਨੈਲ ਜੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੇ ਇਸ ਪ੍ਰੋਗਰਾਮ 'ਚ ਵਿਚਾਰ ਚਰਚਾ। ਇਸ ਦੇ ਨਾਲ TV ਦਾ ਪ੍ਰੋਗਰਾਮ ਤਾਂ ਇੱਥੇ ਹੀ ਸਮਾਪਤ ਕਰਦੇ ਹਾਂ। ਰੇਡੀਓ ਦਾ ਪ੍ਰੋਗਰਾਮ ਮੇਰੇ ਵੱਲੋਂ ਰਾਤੀ 10 ਵਜੇ ਤੱਕ ਜਾਰੀ ਰਹੇਗਾ। ਅੱਜ 8 ਵਜੇ ਪੰਜਾਬ ਦੀ ਖਬਰਸਾਰ ਬਾਰੇ ਚਰਚਾ ਹੋਵੇਗੀ ਅਤੇ 9 ਤੋਂ ਲੈ ਕੇ ਔਨਵਰਡਸ ਰਾਤੀ ਡਾਕਟਰ ਭੁੱਲਰ ਦੇ ਨਾਲ ਪੰਜਾਬ ਦੀ ਸਿਆਸਤ ਬਾਰੇ, ਕਿਸਾਨਾਂ ਦੇ ਮਸਲੇ ਬਾਰੇ ਗੱਲਬਾਤ ਹੋਵੇਗੀ।